सत श्री अकाल दोस्तों, स्वागत है ਤੁਹਾਡੇ ਆਪਣੇ यूट्यूब चैनल ਅੰਬੇਦਕਰ ਪਾਣ ਦੇ ਵਿੱਚ। दोस्तों, मौर्य वंश ਨਾਲ संबंधित प्रश्न उत्तर ਦੀ ਇੱਕ ਲੜੀ ਚੱਲ ਰਹੀ थी, जिस ਦੇ ਵਿੱਚ ਆਪਾਂ ਨੇ ਪਹਿਲਾਂ 2 ਵੀਡੀਓ ਅਪਲੋਡ ਕੀਤੀਆਂ ਨੇ। ਇਹ ਉਸ ਦੇ ਨਾਲ ਸੰਬੰਧਿਤ ਤੀਸਰੀ ਵੀਡੀਓ है। ठीक है जी, ਤਾਂ ਆਸ਼ਾ ਕਰਦੇ ਹਾਂ ਕਿ ਇਹ ਪ੍ਰਸ਼ਨ ਤੁਹਾਡੇ ਵਾਸਤੇ ਐਗਜ਼ਾਮ ਲਈ ਮਹੱਤਵਪੂਰਨ ਹੋਣਗੇ। ठीक है, तो हुण देखते हैं आप अपना पहला प्रश्न की है अपने को। मौर्य काल में ਜ਼ਿਲ੍ਹਿਆਂ ਨੂੰ ਕੀ ਕਿਹਾ ਜਾਂਦਾ ਸੀ? मौर्य काल ਦੇ ਵਿੱਚ ਜ਼ਿਲ੍ਹਿਆਂ ਨੂੰ ਜਨਪਦ ਕਿਹਾ ਜਾਂਦਾ ਸੀ। ਇਹ ਪ੍ਰਸ਼ਨ ਪਿਛਲੀ ਵੀਡੀਓ ਦੇ ਵਿੱਚ ਵੀ ਪੜ੍ਹਿਆ ਸੀ ਆਪਾਂ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਕਿ ਮੌर्य ਕਾਲ ਸਮੇਂ ਸੋਨੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? ਮੌर्य ਕਾਲ ਦੇ ਸਮੇਂ ਸੋਨੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? ਤਾਂ ਸੋਨੇ ਦੇ ਸਿੱਕੇ ਨੂੰ ਕਿਹਾ ਜਾਂਦਾ ਸੀ ਸਵਰਨ। ਠੀਕ ਹੈ, ਸਵਰਨ ਆਪਾਂ ਸੋਨੇ ਨੂੰ ਵੀ ਕਹਿੰਦੇ ਹਾਂ। ਮੌर्य ਕਾਲ ਦੇ ਵਿੱਚ ਸੋਨੇ ਤੋਂ ਬਣੇ ਸਿੱਕੇ ਨੂੰ ਸਵਰਨ ਕਿਹਾ ਜਾਂਦਾ ਸੀ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਚਾਂਦੀ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? ਉਸ ਸਮੇਂ ਜੋ ਚਾਂਦੀ ਦੇ ਸਿੱਕੇ ਪ੍ਰਚਲਿਤ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਮੌर्य ਕਾਲ ਦੇ ਦਰਮਿਆਨ ਜੋ ਚਾਂਦੀ ਦੇ ਸਿੱਕੇ ਪ੍ਰਚਲਿਤ ਸੀ ਉਹਨਾਂ ਨੂੰ ਪਣ ਕਿਹਾ ਜਾਂਦਾ ਸੀ। ਠੀਕ ਹੈ, ਕੀ ਕਿਹਾ ਜਾਂਦਾ ਸੀ? ਪਣ। ਜਿਹੜਾ ਪਣ ਦਾ ਜ਼ਿਕਰ ਹੈ ਉਹ ਅਰਥ ਸ਼ਾਸਤਰ ਦੇ ਵਿੱਚ ਵੀ ਆਉਂਦਾ ਹੈ। ਠੀਕ ਹੈ, ਅਰਥ ਸ਼ਾਸਤਰ ਦੇ ਵਿੱਚ ਪਣ ਦਾ ਜ਼ਿਕਰ ਆਉਂਦਾ ਹੈ। ਇਸ ਨਾਲ ਪ੍ਰਸ਼ਨਾਂ ਦੇ ਨਾਲ ਇੱਕ ਪ੍ਰਸ਼ਨ ਹੋਰ ਬਣਦਾ ਕਿ ਮੌर्य ਕਾਲ ਦੇ ਵਿੱਚ ਤਾਂਬੇ ਦੇ ਸਿੱਕੇ ਜੋ ਚੱਲਦੇ ਸੀ, ਜੋ ਪ੍ਰਚਲਿਤ ਸੀ, ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਮੌर्य ਕਾਲ ਦੇ ਵਿੱਚ ਜੋ ਤਾਂਬੇ ਦੇ ਸਿੱਕੇ ਸੀਗੇ, ਠੀਕ ਹੈ, ਇੱਕ ਤਾਂ ਮੌर्य ਕਾਲ ਦੇ ਵਿੱਚ ਸੋਨੇ ਦੇ ਸਿੱਕੇ ਚੱਲਦੇ ਸੀ ਜਿਨ੍ਹਾਂ ਨੂੰ ਸਵਰਨ ਕਿਹਾ ਗਿਆ, ਇੱਕ ਚੱਲਦੇ ਸੀ ਚਾਂਦੀ ਦੇ ਸਿੱਕੇ ਜਿਨ੍ਹਾਂ ਨੂੰ ਪਣ ਕਿਹਾ ਗਿਆ। ਇਸ ਦੇ ਨਾਲ ਇੱਕ ਸਿੱਕੇ ਹੋਰ ਚੱਲਦੇ ਸੀ ਜੋ ਕਿ ਸਨ ਤਾਂਬੇ ਦੇ, ਜਿਨ੍ਹਾਂ ਨੂੰ ਮਾਸ਼ਕ ਕਿਹਾ ਗਿਆ। ਠੀਕ ਹੈ, ਮਾਸ਼ਕ ਕਿਹਾ ਜਾਂਦਾ ਸੀ ਤਾਂਬੇ ਦੇ ਸਿੱਕਿਆਂ ਨੂੰ। ਦੇਖੋ ਆਪਣੇ ਕੋਲ ਅਗਲਾ ਪ੍ਰਸ਼ਨ ਹੈ, ਅਸ਼ੋਕ ਦੀ ਪਤਨੀ ਦਾ ਕੀ ਨਾਮ ਸੀ? ਅਸ਼ੋਕ ਦੀ ਪਤਨੀ ਦਾ ਕੀ ਨਾਮ ਸੀ? ਤਾਂ ਕਾਰੂਬਾਕੀ। ਅਸ਼ੋਕ ਦੀ ਪਤਨੀ ਦਾ ਨਾਮ ਸੀ ਕਾਰੂਬਾਕੀ। ਅਸ਼ੋਕ ਦੀਆਂ ਕਈ ਪਤਨੀਆਂ ਸਨ, ਪਰੰਤੂ ਜੋ ਉਹਨਾਂ ਵਿੱਚੋਂ ਮੁੱਖ ਸੀ, ਠੀਕ ਹੈ, ਕਾਰੂਬਾਕੀ ਕਹਿੰਦੇ ਅਸ਼ੋਕ ਦੀ ਸਭ ਤੋਂ ਪਿਆਰੀ ਅਤੇ ਬੁੱਧੀਮਾਨ ਪਤਨੀ ਸੀ। ਠੀਕ ਹੈ ਜੀ, ਜਿਸ ਦਾ ਜ਼ਿਕਰ ਮਿਲਦਾ ਹੈ। ਅਸ਼ੋਕ ਨੇ ਕਿੰਨੇ ਸਤੂਪਾਂ ਦਾ ਨਿਰਮਾਣ ਕਰਵਾਇਆ? ਅਸ਼ੋਕ ਨੇ 84,000 ਸਤੂਪਾਂ ਦਾ ਨਿਰਮਾਣ ਕਰਵਾਇਆ ਸੀ। ਠੀਕ ਹੈ ਜੀ, ਅਸ਼ੋਕ ਨੇ ਕਿੰਨੇ ਸਤੂਪਾਂ ਦਾ ਨਿਰਮਾਣ ਕਰਵਾਇਆ? ਤਾਂ 84,000 ਸਤੂਪਾਂ ਦਾ ਨਿਰਮਾਣ ਕਰਵਾਇਆ। ਔਰ ਇਹ ਮੰਨਿਆ ਜਾਂਦਾ ਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸਤੂਪ ਸੀ ਜਿਹੜੇ ਉਹ ਬਾਅਦ ਦੇ ਵਿੱਚ ਸ਼ੁੰਗ ਵੰਸ਼ ਦੇ ਪੁਸ਼ਯਮਿੱਤਰ ਸ਼ੁੰਗ ਨੇ ਤੜਵਾ ਦਿੱਤੇ ਸੀ, ਜਿਸ ਦੇ ਬਾਰੇ ਵਿੱਚ ਆਪਾਂ ਆਪਣੀ ਸ਼ੁੰਗ ਵੰਸ਼ ਵਾਲੇ ਕਾਲ ਦੇ ਵਿੱਚ ਜਦੋਂ ਆਪਾਂ ਵੀਡੀਓ ਬਣਾਵਾਂਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਅੱਗੇ ਦੇਖੋ, ਅਸ਼ੋਕ ਚੱਕਰ ਕਿੱਥੇ ਬਣਾਇਆ ਗਿਆ? ਅਸ਼ੋਕ ਚੱਕਰ ਜੋ ਮਿਲਿਆ ਹੈ ਉਹ ਕਿੱਥੇ ਬਣਾਇਆ ਗਿਆ? ਤਾਂ ਇਹ ਬਣਾਇਆ ਗਿਆ ਸਾਰਨਾਥ ਦੇ ਵਿੱਚ। ਅਸ਼ੋਕ ਚੱਕਰ ਸਾਰਨਾਥ ਦੇ ਵਿੱਚ, ਜੋ ਕਿ ਭਾਰਤ ਸਰਕਾਰ ਦੀ ਮੋਹਰ ਵਜੋਂ ਵਰਤਿਆ ਜਾਂਦਾ ਹੈ, ਸਾਰਨਾਥ ਵਿੱਚੋਂ ਲਿਆ ਗਿਆ ਹੈ। ਅਸ਼ੋਕ ਨੇ ਕਿਹੜਾ ਧਰਮ ਅਪਣਾਇਆ? ਬੁੱਧ ਧਰਮ। ਅਸ਼ੋਕ ਨੇ ਕਿਹੜਾ ਧਰਮ ਅਪਣਾਇਆ? ਬੁੱਧ ਧਰਮ। ਬੁੱਧ ਦੇ ਵਿੱਚ ਬੌਧ ਧਰਮ ਦੇ ਵਿੱਚ ਪ੍ਰਵੇਸ਼ ਲਈ ਬੁੱਧਮ ਸ਼ਰਨਮ ਗੱਛਾਮੀ, ਧਰਮਮ ਸ਼ਰਨਮ ਗੱਛਾਮੀ, ਸੰਗਮ ਸ਼ਰਨਮ ਗੱਛਾਮੀ, ਇਹ ਮੰਤਰ ਦੀ ਵਰਤੋਂ ਕਰਕੇ ਬੌਧ ਧਰਮ ਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਹੈ। ਠੀਕ ਹੈ, ਜਿਸ ਦੇ ਵਿੱਚ ਬੁੱਧਮ ਧਰਮਮ ਗੱਛਾਮੀ ਦਾ ਮਤਲਬ ਹੁੰਦਾ ਮੈਂ ਬੁੱਧ ਦੀ ਸ਼ਰਨ ਦੇ ਵਿੱਚ ਆਇਆ ਹਾਂ। ਠੀਕ ਹੈ, ਧਰਮਮ ਸ਼ਰਨਮ ਗੱਛਾਮੀ ਦਾ ਮਤਲਬ ਹੁੰਦਾ ਕਿ ਮੈਂ ਧਰਮ ਦੀ ਸ਼ਰਨ ਦੇ ਵਿੱਚ ਆਇਆ, ਅਤੇ ਸੰਗਮ ਸ਼ਰਨਮ ਗੱਛਾਮੀ ਦਾ ਮਤਲਬ ਹੁੰਦਾ ਮੈਂ ਸੰਘ ਦੀ ਸ਼ਰਨ ਦੇ ਵਿੱਚ ਆਇਆ। ਅੱਗੇ ਦੇਖੋ, ਧੰਮ ਦੇ ਪ੍ਰਚਾਰ ਕਰਨ ਲਈ ਸ਼੍ਰੀਲੰਕਾ ਕਿਸ ਨੂੰ ਭੇਜਿਆ? ਅਸ਼ੋਕ ਨੇ ਧੰਮ, ਜਦੋਂ ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ ਤਾਂ ਉਸ ਨੂੰ ਅਸ਼ੋਕ ਦਾ ਧੰਮ ਕਿਹਾ ਗਿਆ। ਠੀਕ ਹੈ, ਤਾਂ ਅਸ਼ੋਕ ਨੇ ਧੰਮ ਦਾ ਪ੍ਰਚਾਰ ਕਰਨ ਲਈ ਸ਼੍ਰੀਲੰਕਾ ਵਿੱਚ ਭੇਜੇ ਸੀ ਆਪਦਾ ਪੁੱਤਰ ਅਤੇ ਆਪਦੀ ਪੁੱਤਰੀ ਨੂੰ। ਉਹਨਾਂ ਦੇ ਨਾਮ ਕੀ ਸੀ? ਤਾਂ ਇਸ ਦਾ ਉੱਤਰ ਹੋਏਗਾ ਕਿ ਅਸ਼ੋਕ ਨੇ ਆਪਦੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਸ਼੍ਰੀਲੰਕਾ ਦੇ ਵਿੱਚ
ਧੰਮ ਦਾ ਪ੍ਰਚਾਰ ਕਰਨ ਲਈ ਭੇਜਿਆ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ, ਭਾਰਤ ਵਿੱਚ ਸ਼ਿਲਾਲੇਖਾਂ ਦਾ ਪ੍ਰਚਲਨ ਕਿਸ ਨੇ ਸ਼ੁਰੂ ਕੀਤਾ? ਭਾਰਤ ਦੇ ਵਿੱਚ ਸ਼ਿਲਾਲੇਖਾਂ ਦਾ ਪ੍ਰਚਲਨ ਕਿਸ ਨੇ ਸ਼ੁਰੂ ਕੀਤਾ ਸੀ? ਤਾਂ ਇਹ ਕੀਤਾ ਸੀ ਅਸ਼ੋਕ ਨੇ। ਠੀਕ ਹੈ, ਅਸ਼ੋਕ ਨੇ ਭਾਰਤ ਦੇ ਵਿੱਚ ਸ਼ਿਲਾਲੇਖਾਂ ਦਾ ਪ੍ਰਚਲਨ ਸ਼ੁਰੂ ਕਰਵਾਇਆ ਸੀ। ਸ਼ਿਲਾਲੇਖਾਂ ਦਾ ਪ੍ਰਚਲਨ ਜੋ ਅਸ਼ੋਕ ਨੇ ਸ਼ੁਰੂ ਕਰਵਾਇਆ ਸੀ, ਤਾਂ ਈਰਾਨ ਦਾ ਇੱਕ ਸ਼ਾਸਕ ਹੋਇਆ ਦਾਰਾ, ਉਸ ਤੋਂ ਪ੍ਰੇਰਿਤ ਹੋ ਕੇ ਅਸ਼ੋਕ ਨੇ ਸ਼ਿਲਾਲੇਖਾਂ ਦੇ ਉੱਪਰ ਅਭਿਲੇਖ ਖੁਦਵਾਉਣੇ ਸ਼ੁਰੂ ਕਰਵਾਏ ਸੀ। ਠੀਕ ਹੈ, ਜੇ ਕਦੇ ਕੁਐਸਚਨ ਆ ਜਾਂਦਾ ਕਿ ਅਸ਼ੋਕ ਨੇ ਕਿਸ ਤੋਂ ਪ੍ਰਭਾਵਿਤ ਹੋ ਕੇ ਸ਼ਿਲਾਲੇਖਾਂ ਉੱਪਰ ਜਿਹੜੇ ਸੀ ਆਪਦੇ ਉਪਦੇਸ਼ ਲਿਖਵਾਏ, ਠੀਕ ਆ, ਤਾਂ ਉਹ ਦਾਰਾ ਸੀ ਜੋ ਕਿ ਈਰਾਨ ਦਾ ਸ਼ਾਸਕ ਸੀ। ਠੀਕ ਹੈ ਜੀ, ਦਾਰਾ ਈਰਾਨ ਦਾ ਸ਼ਾਸਕ। ਨੈਕਸਟ ਦੇਖੋ, ਅਸ਼ੋਕ ਦੇ ਸ਼ਿਲਾਲੇਖ ਕਿਸ ਨੇ ਅਤੇ ਕਦੋਂ ਪੜ੍ਹੇ? ਤਾਂ ਇਸ ਦਾ ਉੱਤਰ ਹੋਏਗਾ ਕਿ ਅਸ਼ੋਕ ਦੇ ਸ਼ਿਲਾਲੇਖਾਂ ਨੂੰ ਪ੍ਰਿੰਸਿਪ ਨੇ 1837 ਈਸਵੀ ਦੇ ਵਿੱਚ ਪੜ੍ਹਿਆ। ਠੀਕ ਹੈ, ਅਸ਼ੋਕ ਦੇ ਸ਼ਿਲਾਲੇਖ ਕਿਸ ਨੇ ਪੜ੍ਹੇ? ਤਾਂ ਇਹ ਪੜ੍ਹੇ ਸਨ ਪ੍ਰਿੰਸਿਪ ਨੇ। ਅਤੇ ਕਦੋਂ ਪੜ੍ਹੇ ਸਨ? ਤਾਂ ਇਹ ਪੜ੍ਹੇ ਸਨ 1837 ਈਸਵੀ ਦੇ ਵਿੱਚ। ਠੀਕ ਹੈ, ਨੈਕਸਟ ਪ੍ਰਸ਼ਨ ਹੈ ਆਪਣਾ, ਅਸ਼ੋਕ ਦਾ ਕਿਹੜਾ ਸ਼ਿਲਾਲੇਖ ਸਭ ਤੋਂ ਲੰਬਾ ਹੈ? ਅਸ਼ੋਕ ਦਾ ਕਿਹੜਾ ਸ਼ਿਲਾਲੇਖ ਸਭ ਤੋਂ ਲੰਬਾ ਹੈ? ਤਾਂ ਇਸ ਦਾ ਉੱਤਰ ਹੋਏਗਾ 7ਵਾਂ ਸ਼ਿਲਾਲੇਖ। 7ਵਾਂ ਸ਼ਿਲਾਲੇਖ ਹੈ ਜੋ ਉਹ ਸਭ ਤੋਂ ਲੰਬਾ ਹੈ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ, ਅਸ਼ੋਕ ਦੇ ਸ਼ਿਲਾਲੇਖਾਂ ਦੀ ਖੋਜ ਕਦੋਂ ਹੋਈ? ਅਸ਼ੋਕ ਦੇ ਸ਼ਿਲਾਲੇਖਾਂ ਦੀ ਖੋਜ ਹੋਈ ਸੀ 1750 ਈਸਵੀ ਵਿੱਚ। ਠੀਕ ਹੈ, ਅਤੇ ਇਹ ਕਿਸ ਨੇ ਕੀਤੀ ਸੀ? ਇਹ ਕੀਤੀ ਸੀ ਪਾਰਡੇਟੀ ਫੈਨਥੈਲਰ ਨੇ। ਠੀਕ ਹੈ ਜੀ, ਹੁਣ ਦੇਖੋ, ਅਸ਼ੋਕ ਦੇ ਸ਼ਿਲਾਲੇਖ 1750 ਈਸਵੀ ਦੇ ਵਿੱਚ ਖੋਜੇ ਗਏ ਸੀ ਅਤੇ ਇਹ ਪੜ੍ਹੇ ਗਏ ਸੀ 1837 ਈਸਵੀ ਦੇ ਵਿੱਚ। ਖੋਜੇ ਗਏ ਸੀ 1750 ਦੇ ਵਿੱਚ ਅਤੇ ਪੜ੍ਹੇ ਗਏ ਸੀ 1837 ਈਸਵੀ ਦੇ ਵਿੱਚ। ਨੈਕਸਟ ਪ੍ਰਸ਼ਨ ਹੈ ਆਪਣਾ, ਰਾਣੀ ਦਾ ਅਭਿਲੇਖ ਕਿਹੜੇ ਅਭਿਲੇਖ ਨੂੰ ਕਿਹਾ ਗਿਆ ਹੈ? ਰਾਣੀ ਦਾ ਅਭਿਲੇਖ ਕਿਹਾ ਗਿਆ ਹੈ ਕੌਸ਼ਾਂਬੀ ਦੇ ਅਭਿਲੇਖ ਨੂੰ। ਠੀਕ ਹੈ, ਔਰ ਇਸੇ ਅਭਿਲੇਖ ਤੋਂ ਕਾਰੂਵਾਕੀ ਬਾਰੇ ਜਾਣਕਾਰੀ ਮਿਲਦੀ ਹੈ। ਕਾਰੂਵਾਕੀ ਕੌਣ ਸੀ? ਉੱਪਰ ਦੱਸ ਕੇ ਹਟਿਆ ਤੁਹਾਨੂੰ ਕਿ ਅਸ਼ੋਕ ਦੀ ਪਤਨੀ ਸੀ। ਇਸੇ ਅਭਿਲੇਖ ਤੋਂ ਕਾਰੂਵਾਕੀ ਦਾ ਜਿਹੜਾ ਹੈ ਵਰਣਨ ਮਿਲਦਾ ਕਿ ਉਸਨੇ ਬਹੁਤ ਦਾਨ ਪੁੰਨ ਕੀਤਾ। ਠੀਕ ਹੈ, ਜਿਸ ਦੇ ਕਾਰਨ ਇਸ ਅਭਿਲੇਖ ਨੂੰ ਰਾਣੀ ਦਾ ਅਭਿਲੇਖ ਕਿਹਾ ਜਾਂਦਾ ਹੈ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ, ਅਸ਼ੋਕ ਦਾ ਸਭ ਤੋਂ ਛੋਟਾ ਅਭਿਲੇਖ ਕਿਹੜਾ ਹੈ? ਤਾਂ ਇਸ ਦਾ ਉੱਤਰ ਆਏਗਾ ਰੁਮਨਦੇਈ ਅਭਿਲੇਖ। ਠੀਕ ਹੈ ਜੀ, ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ, ਅਰਥ ਸ਼ਾਸਤਰ ਵਿੱਚ ਜਾਸੂਸਾਂ ਨੂੰ ਕੀ ਕਿਹਾ ਗਿਆ ਹੈ? ਅਰਥ ਸ਼ਾਸਤਰ ਜੋ ਰਚਨਾ ਹੈ ਇਹ ਕੌਟੱਲੇ ਦੀ ਲਿਖੀ ਗਈ ਹੈ। ਇਸ ਦੇ ਵਿੱਚ ਜਾਸੂਸਾਂ ਨੂੰ ਕੀ ਕਿਹਾ ਗਿਆ ਹੈ? ਤਾਂ ਇਸ ਦਾ ਉੱਤਰ ਹੋਏਗਾ ਚਰ। ਜਾਸੂਸਾਂ ਨੂੰ ਚਰ ਕਿਹਾ ਗਿਆ ਹੈ। ਨੈਕਸਟ ਪ੍ਰਸ਼ਨ ਦੇਖੋ, ਅਸ਼ੋਕ ਸਮੇਂ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ? ਉਸ ਸਮੇਂ ਪ੍ਰਾਂਤਾਂ ਨੂੰ ਚੱਕਰ ਕਿਹਾ ਜਾਂਦਾ ਸੀ। ਚੱਕਰ। ਨੈਕਸਟ ਕੁਐਸਚਨ ਹੈ ਆਪਣੇ ਕੋਲੇ, ਵਿਕਰੀ ਕਰ ਕਿੰਨਾ ਵਸੂਲ ਕੀਤਾ ਜਾਂਦਾ ਸੀ? ਵਿਕਰੀ ਕਰ ਕਿੰਨਾ ਵਸੂਲ ਕੀਤਾ ਜਾਂਦਾ ਸੀ? ਕਿ ਕਿਸੇ ਵਸਤੂ ਦਾ 10ਵਾਂ ਭਾਗ, ਮੰਨ ਲਾ ਕੋਈ ਵਸਤੂ ਜਿਹੜੀ ਸੀ ਉਸ ਦਾ ਜਿੰਨਾ ਮੁੱਲ ਸੀ ਉਸ ਦਾ 10ਵਾਂ ਹਿੱਸਾ ਵਿਕਰੀ ਕਰ ਵਜੋਂ ਵਸੂਲਿਆ ਜਾਂਦਾ ਸੀ। ਨੈਕਸਟ ਪ੍ਰਸ਼ਨ ਬਣਦਾ ਹੈ, ਮੌर्य ਕਾਲ ਦੌਰਾਨ ਸਰਕਾਰੀ ਭੂਮੀ ਨੂੰ ਕੀ ਕਿਹਾ ਗਿਆ ਹੈ? ਮੌर्य ਕਾਲ ਦੌਰਾਨ ਸਰਕਾਰੀ ਭੂਮੀ ਨੂੰ ਕੀ ਕਿਹਾ ਗਿਆ ਹੈ? ਤਾਂ ਇਸ ਦਾ ਉੱਤਰ ਆਏਗਾ ਸੀਤਾ ਭੂਮੀ। ਨੈਕਸਟ ਪ੍ਰਸ਼ਨ ਦੇਖੋ ਆਪਣੇ ਕੋਲੇ ਕੀ ਹੈ, ਗੁਪਤਚਰਾਂ ਨੂੰ ਕੀ ਕਿਹਾ ਜਾਂਦਾ ਸੀ? ਅਰਥ ਸ਼ਾਸਤਰ ਦੇ ਵਿੱਚ ਗੁਪਤਚਰਾਂ ਨੂੰ ਕੀ ਕਿਹਾ ਜਾਂਦਾ ਸੀ? ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਗੂੜ ਪੁਰਸ਼। ਠੀਕ ਹੈ, ਗੂੜ ਪੁਰਸ਼ ਕਿਹਾ ਜਾਂਦਾ ਸੀ ਗੁਪਤਚਰਾਂ ਨੂੰ। ਅਗਲਾ ਪ੍ਰਸ਼ਨ ਹੈ ਆਪਣੇ ਕੋਲੇ, ਮੌर्य ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?
ਮੌर्य ਵੰਸ਼ ਦਾ ਅੰਤਮ ਸ਼ਾਸਕ ਸੀ ਬ੍ਰਹਿਦਰਥ। ਬ੍ਰਹਿਦਰਥ ਮੌर्य ਵੰਸ਼ ਦਾ ਅੰਤਮ ਸ਼ਾਸਕ ਸੀ, ਜਿਸ ਦੀ ਹੱਤਿਆ ਉਸ ਦੇ ਸੈਨਾਪਤੀ ਪੁਸ਼ਯਮਿੱਤਰ ਸੁੰਗ ਨੇ ਕਰ ਦਿੱਤੀ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਕਿ ਪ੍ਰਿਯਦਾਸੀ ਕਿਸ ਮੌर्य ਸ਼ਾਸਕ ਦਾ ਨਾਮ ਸੀ। ਪ੍ਰਿਯਦਾਸੀ ਕਿਸ ਮੌर्य ਸ਼ਾਸਕ ਦਾ ਨਾਮ ਹੈ, ਤਾਂ ਇਹ ਨਾਮ ਹੈ ਅਸ਼ੋਕ ਦਾ। ਇਸ ਦੇ ਨਾਲ ਇੱਕ ਪ੍ਰਸ਼ਨ ਇਹ ਵੀ ਬਣਦਾ ਕਿ ਦੇਵਨਾਮਾ ਜਾਂ ਫਿਰ ਦੇਵਨਾਮੀ ਕਿਸ ਮੌर्य ਸ਼ਾਸਕ ਦਾ ਨਾਮ ਸੀ, ਤਾਂ ਇਹ ਨਾਮ ਵੀ ਸੀ ਅਸ਼ੋਕ ਦਾ। ਨੈਕਸਟ ਪ੍ਰਸ਼ਨ ਦੇਖੋ ਆਪਣੇ ਕੋਲੇ ਕੀ ਬਣ ਰਿਹਾ। ਮੌर्य ਵੰਸ਼ ਦਾ ਉੱਤਰਾਧਿਕਾਰੀ ਵੰਸ਼ ਕਿਹੜਾ ਸੀ। ਮੌर्य ਵੰਸ਼ ਦਾ ਉੱਤਰਾਧਿਕਾਰੀ ਵੰਸ਼ ਮਤਲਬ ਕਿ ਮੌर्य ਵੰਸ਼ ਤੋਂ ਬਾਅਦ ਕਿਹੜਾ ਵੰਸ਼ ਸੱਤਾ ਦੇ ਵਿੱਚ ਆਇਆ, ਤਾਂ ਉਹ ਆਇਆ ਸੀ ਸ਼ੁੰਗ ਵੰਸ਼, ਜੋ ਕਿ ਇੱਕ ਬ੍ਰਾਹਮਣ ਵੰਸ਼ ਸੀ। ਅਗਲਾ ਪ੍ਰਸ਼ਨ ਬਣਦਾ ਮੌर्य ਵੰਸ਼ ਦੇ ਅੰਤਮ ਸ਼ਾਸਕ ਬ੍ਰਹਿਦਰਥ ਦੀ ਹੱਤਿਆ ਕਿਸ ਨੇ ਕੀਤੀ। ਬ੍ਰਹਿਦਰਥ ਦੀ ਹੱਤਿਆ ਉਸ ਦੇ ਸੈਨਾਪਤੀ ਪੁਸ਼ਯਮਿੱਤਰ ਸ਼ੁੰਗ ਨੇ ਕੀਤੀ। ਠੀਕ ਹੈ। ਉਸ ਦੀ ਹੱਤਿਆ ਕਰਨ ਤੋਂ ਬਾਅਦ ਪੁਸ਼ਯਮਿੱਤਰ ਸ਼ੁੰਗ ਨੇ ਨਵੇਂ ਵੰਸ਼ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ। ਇਹ ਕੀਤੀ ਸੀ 184 ਈਸਵੀ ਪੂਰਵ ਦੇ ਵਿੱਚ। ਅਗਲਾ ਪ੍ਰਸ਼ਨ ਦੇਖੋ ਮੌर्य ਵੰਸ਼ ਦਾ ਪਤਨ ਕਦੋਂ ਹੋਇਆ, ਤਾਂ ਇਹ ਹੋਇਆ ਸੀ 184 ਈਸਵੀ ਪੂਰਵ ਦੇ ਵਿੱਚ। ਨੈਕਸਟ ਪ੍ਰਸ਼ਨ ਹੈ ਆਪਣਾ ਅਸ਼ੋਕ ਦੇ ਸ਼ਾਸਨ ਕਾਲ ਵਿੱਚ ਕਿਹੜਾ ਸਤੂਪ ਸਭ ਤੋਂ ਪ੍ਰਸਿੱਧ ਸੀ। ਅਸ਼ੋਕ ਦਾ ਸ਼ਾਸਨ ਕਾਲ ਸੀ ਤਾਂ ਉਸ ਸਮੇਂ ਕਿਹੜਾ ਸਤੂਪ ਸਭ ਤੋਂ ਪ੍ਰਸਿੱਧ ਸਤੂਪ ਸੀ, ਤਾਂ ਇਹ ਸੀ ਸਾਂਚੀ ਦਾ ਸਤੂਪ। ਠੀਕ ਹੈ ਜੀ। ਕਿਹੜਾ ਸੀ, ਸਾਂਚੀ ਦਾ। ਭਾਰਤ ਦੀ ਮੁਦਰਾ ਦੇ ਉੱਪਰ ਭਾਰਤ ਦੇ ਕਰੰਸੀ ਨੋਟ ਜੇ ਹਨ ਉਹਨਾਂ ਦੇ ਉੱਪਰ ਵੀ ਸਾਂਚੀ ਦੇ ਸਤੂਪ ਦਾ ਚਿੱਤਰ ਅੰਕਿਤ ਕੀਤਾ ਗਿਆ ਹੈ। ਅਗਲਾ ਪ੍ਰਸ਼ਨ ਦੇਖੋ ਮੌर्य ਕਾਲ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ। ਮੌर्य ਕਾਲ ਦੇ ਵਿੱਚ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ, ਤਾਂ ਕੱਪੜਾ ਉਦਯੋਗ ਬਹੁਤ ਪ੍ਰਸਿੱਧ ਉਦਯੋਗ ਸੀ ਉਸ ਸਮੇਂ। ਅਗਲਾ ਪ੍ਰਸ਼ਨ ਹੈ ਤੀਸਰੀ ਬੌਧ ਸਭਾ ਦਾ ਆਯੋਜਨ ਕਦੋਂ ਅਤੇ ਕਿੱਥੇ ਹੋਇਆ। ਤੀਸਰੀ ਬੌਧ ਸਭਾ ਦਾ ਆਯੋਜਨ ਜੋ ਹੋਇਆ ਸੀ ਉਹ ਹੋਇਆ ਸੀ ਪਾਟਲੀਪੁੱਤਰ ਦੇ ਵਿੱਚ। ਤਾਂ ਇਹ ਕਦੋਂ ਹੋਇਆ ਸੀ, 251 ਈਸਵੀ ਪੂਰਵ ਦੇ ਵਿੱਚ। ਅਗਲਾ ਪ੍ਰਸ਼ਨ ਹੈ ਮੌर्य ਕਾਲ ਵਿੱਚ ਧਰਮ ਮਹਾਮਾਤਰ ਕੌਣ ਸਨ। ਧਰਮ ਦਾ ਪ੍ਰਚਾਰ ਕਰਨ ਵਾਲੇ ਅਧਿਕਾਰੀ ਮੌर्य ਕਾਲ ਦੇ ਵਿੱਚ ਜੋ ਧਰਮ ਦਾ ਪ੍ਰਚਾਰ ਕਰਦੇ ਸੀ ਉਹਨਾਂ ਅਧਿਕਾਰੀਆਂ ਨੂੰ ਧਰਮ ਮਹਾਮਾਤਰ ਕਿਹਾ ਜਾਂਦਾ ਸੀ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਮੌर्य ਕਾਲ ਵਿੱਚ ਭੂ ਰਾਜਸਵ ਅਧਿਕਾਰੀ ਕੌਣ ਸੀ। ਠੀਕ ਹੈ। ਭੂ ਰਾਜਸਵ ਅਧਿਕਾਰੀ ਸੀ ਜੋ, ਉਸ ਨੂੰ ਕੀ ਕਿਹਾ ਜਾਂਦਾ ਸੀ, ਤਾਂ ਉਸ ਨੂੰ ਕਿਹਾ ਜਾਂਦਾ ਸੀ ਰਾਜੁਕ। ਰਾਜੁਕ ਕਿਹਾ ਜਾਂਦਾ ਸੀ ਭੂ ਰਾਜਸਵ ਅਧਿਕਾਰੀ ਨੂੰ। ਨੈਕਸਟ ਪ੍ਰਸ਼ਨ ਹੈ ਆਪਣਾ ਮੌर्य ਕਾਲ ਵਿੱਚ ਸਨਿਦਾਤਾ ਕੌਣ ਸੀ। ਮੌर्य ਕਾਲ ਵਿੱਚ ਸਨਿਦਾਤਾ ਕੌਣ ਸੀ, ਇਹ ਸੀ ਖਜ਼ਾਨਾ ਮੰਤਰੀ। ਠੀਕ ਹੈ। ਖਜ਼ਾਨਾ ਮੰਤਰੀ ਸੀ ਇਹ। ਮੌर्य ਕਾਲ ਵਿੱਚ ਅਮੱਤਯ ਕੌਣ ਸੀ। ਖਜ਼ਾਨਾ ਮੰਤਰੀ ਦਾ ਨਾਮ ਸੁਣ ਕੇ ਪਿੱਪਾ ਮੰਤਰੀ ਯਾਦ ਆਉਂਦਾ ਵੈਸੇ ਤਾਂ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਮੌर्य ਕਾਲ ਵਿੱਚ ਅਮੱਤਯ ਕੌਣ ਸੀ, ਤਾਂ ਇਹ ਸੀ ਨਿਆਂ ਪ੍ਰਸ਼ਾਸਕੀ ਮੰਤਰੀ। ਠੀਕ ਹੈ। ਮੌर्य ਕਾਲ ਵਿੱਚ ਅਮੱਤਯ ਕੌਣ ਸੀ, ਨਿਆਂ ਪ੍ਰਸ਼ਾਸਕੀ ਮੰਤਰੀ। ਨਿਆਂ ਅਤੇ ਪ੍ਰਸ਼ਾਸਕੀ ਮੰਤਰੀ। ਅਗਲਾ ਪ੍ਰਸ਼ਨ ਦੇਖੋ ਮੌर्य ਕਾਲ ਵਿੱਚ ਮੌर्य ਕਾਲ ਵਿੱਚ ਤਾਂਬੇ ਦੇ ਸਿੱਕੇ ਨੂੰ ਕੀ ਕਹਿੰਦੇ ਸਨ, ਤਾਂ ਇਹ ਕਹਿੰਦੇ ਸਨ ਮਾਸ਼ਕ। ਠੀਕ ਹੈ। ਮਾਸਕ ਨਹੀਂ, ਮਾਸਕ। ਠੀਕ ਹੈ। ਹੁਣ ਦੇਖੋ ਨੈਕਸਟ ਪ੍ਰਸ਼ਨ ਅਸ਼ੋਕ ਨੇ ਕਿਸ ਨੂੰ ਮੌर्य ਸਾਮਰਾਜ ਦਾ 5ਵਾਂ ਪ੍ਰਾਂਤ ਬਣਾਇਆ। ਕਲਿੰਗਾ ਨੂੰ। ਅਸ਼ੋਕ ਦੇ ਸਮੇਂ ਪਹਿਲਾਂ 4 ਪ੍ਰਾਂਤ ਸਨ। ਅਸ਼ੋਕ ਨੇ ਕਲਿੰਗਾ ਨੂੰ ਜਿੱਤ ਕੇ ਇਸ ਨੂੰ ਆਪਣੇ ਰਾਜ ਦੇ ਵਿੱਚ 5ਵਾਂ ਰਾਜ
ਪੰਜਵਾਂ ਪ੍ਰਾਂਤ ਬਣਾਇਆ। ਐਗਜ਼ਾਮ ਦੀ ਦ੍ਰਿਸ਼ਟੀ ਤੋਂ ਦੇਖਦੇ ਹੋਏ ਇਹ ਸਨ ਮੌਰੀਆ ਕਾਲ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ। ਉਮੀਦ ਕਰਦੇ ਹਾਂ ਪ੍ਰਸ਼ਨ ਤੁਹਾਨੂੰ ਪਸੰਦ ਆਏ ਹੋਣਗੇ, ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋਣਗੇ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਨਾਲ ਪਹੁੰਚ ਸਕੇ। ਧੰਨਵਾਦ।